presented by Sonalika Sikandar, सब तो घट डीजल विच सब तो ज्यादा ताकत अते रफ्तार। Powered by Asis Feed, बेहतर दुध बेहतर सेहत। जी आए नूं खुशामदीद। किसान वीरो तुहाडे वल्लों मिल रहा है परवा हुंगारा ते साडी भी यह पुरजोर कोशिश है कि तुहाडे हर सवाल का दिता जाए पुख्ता जवाब। इसलिए असी हर हफ्ते लै हाज़र हुन्ने आ तुहाडे सवालों नाल जुड़िया ते उस दे हल लभण दी फिराक विच लग्या। PTC न्यूज़ का खास उपराला सोनालिका किसान हैल्पलाइन शो सीजन 3 जिसके पेशकर्ता ने सोनालिका सिकंदर, पावर्ड बाय असीस फीड। तो जो नंबर तुहाडी स्क्रीन ते फ्लैश हो रहा है जो कि है 93 195 92 96 9, इस उत्ते तुसीं मिस्ड कॉल कर दिओ या WhatsApp कर दिओ। साडी टीम तुहाडे नाल संपर्क करदी है अते किसानी नाल जुड़े तुहाडे सवाल जाणदी है। ते अज दा साडा विषय है कणक दी बिजाई नाल जुड़िया, जिस विच मुख तौर ते असीं पिछेती बिजाई बारे ते उस दीआं किस्मां ते तकनीक बारे अज गल करांगे। जिस बारे गल करन लई साडे नाल पंजाब खेतीबाड़ी यूनीवर्सिटी तो डॉक्टर गुरविंदर सिंह मावी ने। डॉक्टर साहब जी आए नूं। धन्यवाद जी। तो डॉक्टर साहब जे पिछेती बिजाई की गल करिए तो इलाकों के हिसाब नाल हुंदी निखिल जी आई है कि ਜਿਹੜੀ ਪੰਜਾਬ ਦੇ ਵਿੱਚ ਆਪਣੀ ਪਛੇਤੀ ਬਿਜਾਈ ਕੀਤੀ ਜਾਂਦੀ ਆ ਕਣਕ ਦੀ, ਉਹਦਾ ਇਸ ਤਰ੍ਹਾਂ ਹੈ ਕਿ ਦਸੰਬਰ ਦੇ ਮਹੀਨੇ 'ਚ ਜਿਹੜੀ ਕਣਕ ਬੀਜੀ ਜਾਂਦੀ ਆ ਉਹਨੂੰ ਆਪਾਂ ਪਛੇਤੀ ਬਿਜਾਈ ਕਹਿੰਦੇ ਆ। ਵੈਸੇ ਤਾਂ ਦੇਖੋ ਕਣਕ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਤਕਰੀਬਨ 35 ਲੱਖ ਹੈਕਟੇਅਰ ਰਕਬੇ 'ਚ ਬੀਜੀ ਜਾਂਦੀ ਆ ਤੇ ਜ਼ਿਆਦਾਤਰ ਕਣਕ ਜਿਹੜੀ ਆ ਅਗੇਤੀ ਬੀਜੀ ਜਾਂਦੀ ਆ। ਪਰ ਹੁਣ ਜਿਹੜਾ ਇਸ ਸਮੇਂ ਸਮਾਂ ਚੱਲ ਰਿਹਾ ਉਹਦੇ ਵਿੱਚ ਜਿਹੜੀ ਅਸੀਂ ਬਿਜਾਈ ਕਰਨੀ ਉਹਨੂੰ ਪਛੇਤੀ ਬਿਜਾਈ ਕਹਿੰਦੇ ਆ। ਤੇ ਪਛੇਤੀ ਬਿਜਾਈ ਹੁੰਦੀ ਕਿੱਥੇ ਆ? ਮੇਨ ਸਵਾਲ ਤਾਂ ਇਹ ਆਉਂਦਾ ਹੈ ਜੀ। ਪਛੇਤੀ ਬਿਜਾਈ ਜਿਹੜੇ ਕਿਸਾਨ ਵੀਰ ਬਾਸਮਤੀ ਆਲੂਆਂ ਤੋਂ ਬਾਅਦ ਤੇ ਨਰਮਾ ਬੀਜਿਆ ਹੁੰਦਾ ਜਿੱਥੇ ਉਹਨਾਂ ਨੇ ਬਿਜਾਈ ਕਰਨੀ ਹੈ, ਕਿਉਂਕਿ ਉਹਨਾਂ ਨੇ ਇਹ ਤਾਂ ਵੱਢ ਦਿੱਤੀਆਂ ਨੇ ਕ੍ਰੌਪਸ ਜਿਹੜੀਆਂ ਹੈਗੀਆਂ ਆਪਣੀਆਂ, ਹੁਣ ਉੱਥੇ ਪਛੇਤੀ ਬਿਜਾਈ ਕਰਨਾ ਚਾਹੁੰਦੇ ਨੇ ਤੇ ਦਸੰਬਰ ਦੇ ਮਹੀਨੇ 'ਚ ਜਿਹੜੀ ਆਪਾਂ ਬਿਜਾਈ ਹੁਣ ਕਣਕ ਦੀ ਕਰਨੀ ਹੈ ਉਹਨੂੰ ਆਪਾਂ ਪਛੇਤੀ ਬਿਜਾਈ ਕਹਿੰਦੇ। ਇਹ ਇਲਾਕੇ ਨਹੀਂ ਹੈ ਜੀ ਕਿ ਖਾਸ ਇਲਾਕਾ ਹੈ ਕਿ ਉੱਥੇ ਪਛੇਤੀ ਬਿਜਾਈ ਕੀਤੀ ਜਾਂਦੀ ਹੈ। ਪਛੇਤੀ ਬਿਜਾਈ ਜਿਹੜੀ ਹੈਗੀ ਜਿੱਥੇ ਜਿੱਥੇ ਫਸਲਾਂ ਆਪਣੇ ਕਿਸਾਨ ਵੀਰਾਂ ਨੇ ਬੀਜੀਆਂ ਸੀਗੀਆਂ ਉੱਥੇ ਆਪਾਂ ਇਹਨਾਂ ਕਣਕਾਂ ਦੀ ਜਿਹੜੀ ਹੈ ਬਿਜਾਈ ਕਰਨੀ ਹੈ ਜੀ। तो डॉक्टर साहब इस प्रोग्राम ਦੇ ਵਿੱਚ ਇਹ ਹੁੰਦਾ ਕਿ ਕਾਲ ਦੇ ਜ਼ਰੀਏ ਤੇ ਸਿੱਧਾ ਖੇਤਾਂ ਤੋਂ ਕਿਸਾਨ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਸਵਾਲ ਸਾਡੇ ਤੱਕ ਪਹੁੰਚਾਉਂਦੇ ਨੇ ਜੋ ਵੀ ਵਿਸ਼ਾ ਹੁੰਦਾ ਹੈ। ਤੇ ਇੱਕ ਕਾਲਰ ਜਿਹੜੇ ਨੇ ਪਹਿਲੇ ਕਾਲਰ ਸਾਡੇ ਆਪਣੇ ਸਵਾਲ ਦੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਜੋਗਿੰਦਰ ਸਿੰਘ ਬੋਲਦਾ ਜੀ ਮੁਕਤਸਰ ਤੋਂ। ਜੋਗਿੰਦਰ ਜੀ ਆਪਣਾ ਸਵਾਲ ਪੁੱਛੋ। ਹਾਂਜੀ ਮੈਂ ਇਹ ਪੁੱਛਣਾ ਸੀ ਜੀ ਕਿ 6 ਏਕੜ 'ਚ ਤਾਂ ਮੈਂ ਕਣਕ ਬੀਜ ਲਈ ਸੀ ਜੀ, 20-22 ਦਿਨ ਹੋ ਗਏ ਤੇ ਹੁਣ ਮੇਰਾ 3 ਏਕੜ ਵਿਹਲਾ ਹੋ ਗਿਆ ਬਾਸਮਤੀ ਤੋਂ ਤੇ ਮੈਂ ਪਿਛੇਤੀ ਕਣਕ ਹੀ ਲਾਉਣਾ ਚਾਹਨਾ। ਕੋਈ ਇਹੋ ਜਿਹਾ ਬੀਜ ਦੱਸਿਆ ਜਾਏ ਮੈਨੂੰ ਵੀ ਮੈਂ ਵੱਧ ਝਾੜ ਲੈ ਸਕਾਂ। ਜੀ ਡਾਕਟਰ ਸਾਹਿਬ। ਹਾਂ ਜੋਗਿੰਦਰ ਜੀ, ਇਸ ਤਰ੍ਹਾਂ ਹੈਗਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਪਛੇਤੀ ਬਿਜਾਈ ਲਈ ਵੀ 2-3 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਜਿੱਦਾਂ ਕਿ ਤੁਸੀਂ ਚਾਹੁੰਦੇ ਹੋ ਕਿ ਹੁਣ ਇਹਨਾਂ ਦਿਨਾਂ 'ਚ ਬਿਜਾਈ ਕਰਨਾ ਚਾਹੁੰਦੇ ਹੋ, ਇਹਦੇ ਵਾਸਤੇ ਅਸੀਂ ਇੱਕ ਨਵੀਂ ਕਿਸਮ PBW 752 ਦੀ ਸਿਫਾਰਿਸ਼ ਕਰਦੇ ਹਾਂ ਜਿਹਦਾ ਕਿ ਝਾੜ ਤਕਰੀਬਨ 19 ਕੁਇੰਟਲ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਉਂਦਾ ਹੈ ਜੀ। ਤੇ ਇਹਦਾ ਕੱਦ ਵੀ ਜਿਹੜਾ ਹੈ ਤਕਰੀਬਨ 90 ਸੈਂਟੀਮੀਟਰ ਹੋ ਜਾਂਦਾ ਤੇ 130 ਤੋਂ 132 ਦਿਨਾਂ ਦੇ ਵਿੱਚ ਇਹ ਪੱਕ ਜਾਂਦੀ ਆ। ਇਸ ਲਈ ਇਸ ਕਿਸਮ ਨੂੰ ਬੀਜਣ ਲਈ ਇਹ ਬਹੁਤ ਹੀ ਵਧੀਆ ਤੇ ਢੁਕਵਾਂ ਸਮਾਂ ਹੈ। ਜੇ ਇੱਕ ਹੋਰ ਕਿਸਮ ਦੀ ਅਸੀਂ ਸਿਫਾਰਿਸ਼ ਕਰਦੇ ਹਾਂ ਉਹ ਹੈ PBW 658। ਉਹਦਾ ਝਾੜ ਤਕਰੀਬਨ 17 ਕੁਇੰਟਲ ਦੇ ਨੇੜੇ ਤੇੜੇ ਆਉਂਦਾ ਤੇ ਉਹ ਵੀ ਜਿਹੜੀ ਕਿਸਮ ਹੈ ਸਾਡੀ ਉਹ 130 ਦਿਨਾਂ 'ਚ ਪੱਕ ਜਾਂਦੀ ਹੈ। ਤਾਂ ਕਰਕੇ ਜੋਗਿੰਦਰ ਜੀ ਇਹਨਾਂ ਦੋਨਾਂ ਕਿਸਮਾਂ ਵਿੱਚੋਂ ਜਿਹੜੀ ਵੀ ਤੁਸੀਂ ਕਿਸਮ ਬੀਜਣਾ ਚਾਹੁੰਦੇ ਹੋ ਤਾਂ ਆਪਣੇ ਖੇਤਾਂ ਵਿੱਚ ਬੀਜ ਸਕਦੇ ਹੋ। ਤੇ ਡਾਕਟਰ ਸਾਹਿਬ ਇਸ ਦੇ ਨਾਲ ਇੱਕ ਹੋਰ ਕਾਲਰ ਨੇ, ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਉਹ ਵੀ ਜਾਣਦੇ ਆ। ਹਾਂਜੀ ਆਪਣਾ ਸਵਾਲ ਪੁੱਛੋ। ਸਾਡੇ ਨਾਲ ਡਾਕਟਰ ਗੁਰਵਿੰਦਰ ਸਿੰਘ ਮਾਵੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ। ਹਾਂਜੀ ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਆਪਣੇ ਕਣਕ ਜਿਹਨਾਂ ਬੀਜਣੀ ਨਾ ਹੁਣ ਲੋਹੜੀ ਤੇ ਛੇਤੀ ਉਹਦਾ ਬਾਰੇ ਸੀਗਾ ਜੀ, ਕਿੱਦਾਂ ਬੀਜਣੀ ਆ, ਕਿੰਨਾ ਬੀਜਾ, ਕਿਹੜਾ ਵੀ ਬੀਜੀਏ। ਜਿਹੜੀ ਅਸੀਂ ਜਨਵਰੀ ਦੇ ਵਿੱਚ ਜਿਹੜੀ ਬਿਜਾਈ ਕਰਨੀ ਆ, ਪਹਿਲਾਂ ਆਪਣੇ ਕੋਲ ਕੋਈ ਕਿਸਮ ਨਹੀਂ ਸੀਗੀ ਆਪਾਂ ਜਨਵਰੀ 'ਚ ਕਿਹੜੀ ਬਿਜਾਈ ਕਰੀਏ, ਉਦੋਂ ਆਪਾਂ ਪਛੇਤੀ ਬਿਜਾਈ ਜਿੱਦਾਂ ਅਸੀਂ PBW 658 ਦੀ ਸਿਫਾਰਿਸ਼ ਕਰਦੇ ਸੀਗੇ। ਪਰ ਹੁਣ ਮੱਖਣ ਜੀ ਇਸ ਤਰ੍ਹਾਂ ਹੈ ਕਿ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਨਵੀਂ ਕਿਸਮ ਜਿਹੜੀ ਹੈਗੀ ਹੈ PBW 757 ਦੀ ਜਿਹੜੀ ਹੈਗੀ ਹੈ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮ ਜਿਹੜੀ ਹੈਗੀ ਹੈ ਸਾਰੇ ਭਾਰਤ ਵਿੱਚ ਬਿਜਾਈ ਲਈ ਇਹਦੀ ਸਿਫਾਰਿਸ਼ ਕਰ ਦਿੱਤੀ ਗਈ ਹੈ ਤੇ ਇਹ ਕਿਸਮ ਨੂੰ ਆਪਾਂ 1 ਜਨਵਰੀ ਤੋਂ ਲੈ ਕੇ 15 ਜਨਵਰੀ
ਜਨਵਰੀ ਤੱਕ ਮਤਲਬ ਲੋਹੜੀ ਦੇ ਦਿਨਾਂ ਵਿੱਚ ਵੀ ਇਸ ਕਿਸਮ ਨੂੰ ਬੀਜ ਸਕਦੇ ਆ। ਇਹ ਸਮਾਂ ਘੱਟ ਲੈਂਦੀ ਹੈ ਤੇ ਝਾੜ ਵੀ ਜਨਵਰੀ ਦੇ ਮੁਤਾਬਿਕ ਵਧੀਆ ਦੇ ਦਿੰਦੀ ਹੈ। ਤਾਂ ਕਰਕੇ ਮੱਖਣ ਜੀ ਮੇਰੀ ਤੁਹਾਨੂੰ ਸਿਫਾਰਿਸ਼ ਹੈ ਕਿ ਤੁਸੀਂ PBW 757 ਦੀ ਬਜਾਈ ਉਸ ਟਾਈਮ ਕਰ ਸਕਦੇ ਹੋ ਜੀ। ਡਾਕਟਰ ਸਾਹਿਬ ਨੇ ਵਿਸਤਾਰਪੂਰਵਕ ਜਾਣਕਾਰੀ ਹੁਣ ਤੁਹਾਨੂੰ ਦਿੱਤੀ ਹੈ ਤੇ ਡਾਕਟਰ ਸਾਹਿਬ ਇੱਕ ਹੋਰ ਕਾਲਰ ਨੇ ਜੋ ਸਾਡੇ ਨਾਲ ਜੁੜ ਚੁੱਕੇ ਨੇ ਜੀ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸੋ, ਕਿੱਥੋਂ ਬੋਲ ਰਹੇ ਹੋ ਤੁਸੀਂ? ਹਾਂਜੀ, ਗੁਰਵਿੰਦਰ ਸਿੰਘ ਗੱਲ ਕਰ ਰਿਹਾ ਜੀ, ਰੋਪੜ ਤੋਂ ਜੀ। ਗੁਰਵਿੰਦਰ ਜੀ, ਆਪਣਾ ਸਵਾਲ ਪੁੱਛੋ। ਹਾਂਜੀ ਸਰ, ਅਸੀਂ 3 ਏਕੜ ਦੇ ਵਿੱਚ ਆਲੂ ਲਗਾਏ ਹੋਏ ਆ ਜੀ। ਜੀ ਜੀ। ਉਸ ਤੋਂ ਬਾਅਦ ਕਣਕ ਬੀਜਣੀ ਹੈ ਜੀ ਅਸੀਂ। ਤੇ ਪਿਛਲੀ ਵਾਰ ਅਸੀਂ ਕਣਕ ਬੀਜੀ ਸੀ ਆਲੂ ਦੇ ਬਾਅਦ, ਸਾਨੂੰ ਝਾੜ ਨਹੀਂ ਮਿਲਿਆ ਜੀ। ਸਾਨੂੰ ਇਹਦੇ ਬਾਰੇ ਦੱਸੋ ਜੀ, ਝਾੜ ਸਾਨੂੰ ਕਿਵੇਂ ਮਿਲੇਗੇ? ਇਸ ਤਰ੍ਹਾਂ ਜੀ ਅਸੀਂ ਇਹਦੇ ਵਾਸਤੇ ਇੱਕ ਤਾਂ ਸਿਫਾਰਿਸ਼ ਕਰਦੇ ਹਾਂ ਕਿ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਨਵੀਂ ਕਿਸਮ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ PBW 752, ਤਾਂ ਆਪਾਂ ਨੂੰ ਉਹਦੀ ਬਜਾਈ ਜਿਹੜੀ ਹੈ ਇਸ ਸਾਲ ਕਰਨੀ ਚਾਹੀਦੀ ਹੈ। ਉਹ ਕਿਸਮ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਵਧੀਆ ਝਾੜ ਦਿੰਦੀ ਹੈ। ਦੂਜਾ ਇਹ ਹੈ ਜੀ ਕਿ ਆਪਾਂ ਨੂੰ ਪ੍ਰਮਾਣਿਤ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਨੇ। ਕੁਝ ਕਿਸਾਨ ਵੀਰ ਜਿਹੜੇ ਅਪ੍ਰਮਾਣਿਤ ਕਿਸਮਾਂ ਬੀਜ ਲੈਂਦੇ ਨੇ, ਉਹਦੇ ਨਾਲ ਜਿਹੜਾ ਹੈ ਝਾੜ ਵੀ ਘਟ ਜਾਂਦਾ ਤੇ ਦੂਜਾ ਥੋੜਾ ਬਿਮਾਰੀ ਦਾ ਖਤਰਾ ਵੀ ਰਹਿੰਦਾ। ਹੁਣ ਕਿਸਾਨ ਵੀਰ ਦੇ ਦਿਮਾਗ 'ਚ ਹੋਊਗਾ ਕਿ ਪ੍ਰਮਾਣਿਤ ਕਿਸਮ ਹੁੰਦੀ ਕੀ ਹੈ। ਪ੍ਰਮਾਣਿਤ ਕਿਸਮਾਂ ਜਿਹੜੀਆਂ ਨੇ ਉਹ ਕਿਸਮਾਂ ਨੇ ਜਿਨ੍ਹਾਂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ। ਅਸੀਂ ਸਿਰਫ ਉਹਨਾਂ ਕਿਸਮਾਂ ਦੀ ਹੀ ਸਿਫਾਰਿਸ਼ ਕਰਦੇ ਹਾਂ ਜਿਹੜੀਆਂ ਕਿਸਮਾਂ ਕਿਸਾਨ ਦੇ ਖੇਤਾਂ ਦੇ ਵਿੱਚ ਅਸੀਂ ਤਜਰਬੇ ਕਰਦੇ ਹਾਂ, ਉਹ ਵਧੀਆ ਝਾੜ ਦਿੰਦੀਆਂ ਨੇ ਤੇ ਬਿਮਾਰੀ ਤੋਂ ਰਾਹਤ ਹੁੰਦੀਆਂ ਨੇ। ਇਹ ਤੋਂ ਬਾਅਦ ਅਗਲੀ ਗੱਲ ਬਣਦੀ ਹੈ ਜੀ ਕਿ ਆਪਾਂ ਝਾੜ ਕਿਵੇਂ ਵਧਾਈਏ। ਉਹਦੇ ਵਾਸਤੇ ਇੱਕ ਬਹੁਤ ਵਧੀਆ ਕੰਮ ਇਹ ਹੈ ਕਿ ਆਪਾਂ ਨੂੰ ਬੀਜ ਨੂੰ ਸੋਧ ਲੈਣਾ ਚਾਹੀਦਾ। ਆਪਾਂ ਬੀਜ ਨੂੰ ਸੋਧਣਾ ਕਿੱਦਾਂ ਹੈ ਕਿਸਾਨ ਵੀਰੋ? ਇਸ ਤਰ੍ਹਾਂ ਹੈ ਕਿ ਜੇ ਤਾਂ ਆਪਣੀ ਜ਼ਮੀਨ ਸਿਉਂਕ ਵਾਲੀ ਹੈ, ਉਹਦੇ ਵਾਸਤੇ ਮੈਂ 2 ਦਵਾਈਆਂ ਤੁਹਾਨੂੰ ਦੱਸਦਾ ਜੀ। 1 ਗ੍ਰਾਮ ਕਰੂਜ਼ਰ ਜਾਂ ਫਿਰ 4 ml ਡਰਸਬਾਨ ਜਿਹੜੀ ਹੈਗੀ ਹੈ, ਉਹ 1 ਕਿਲੋ ਬੀਜ ਉਹਦੇ ਨਾਲ ਸੋਧਿਆ ਜਾ ਸਕਦਾ ਹੈ। ਇਹ ਤੋਂ ਬਾਅਦ ਹੋਰ ਜਿਹੜੀਆਂ 2 ਦਵਾਈਆਂ ਨੇ ਉਹਨਾਂ ਦੇ ਵਿੱਚ 13 ਗ੍ਰਾਮ ਰੈਕਸਲ ਜਾਂ ਫਿਰ 120 ਗ੍ਰਾਮ ਵੀਟਾਵੈਕਸ ਜਿਹੜੀ ਹੈਗੀ ਆ 40 ਕਿਲੋ ਬੀਜ ਜਿਹੜਾ ਹੈਗਾ ਇਹਨਾਂ ਦਵਾਈਆਂ ਨਾਲ ਸੋਧਿਆ ਜਾ ਸਕਦਾ ਹੈ। ਤਾਂ ਕਿਸਾਨ ਵੀਰੋ ਸਾਡੀ ਸਿਫਾਰਿਸ਼ ਹੈ ਕਿ ਜਦੋਂ ਵੀ ਆਪਾਂ ਨੇ ਬੀਜ ਬੀਜਣਾ ਹੈਗਾ ਤਾਂ ਉਹਨੂੰ ਸੋਧ ਕਰਕੇ ਬੀਜੀਏ, ਤਾਂ ਕਿ ਇਹਦੇ ਨਾਲ ਸਾਨੂੰ ਭਰਪੂਰ ਲਾਭ ਹੁੰਦਾ ਹੈ, ਕਿਉਂਕਿ ਇਹਦੇ ਨਾਲ ਝਾੜ ਵੀ ਵੱਧਦਾ ਹੈ ਤੇ ਜਿਹਦਾ ਕਾਂਗਿਆਰੀ ਬਿਮਾਰੀ ਹੈ ਕਣਕ ਦੀ ਉਹ ਨਹੀਂ ਲੱਗਦੀ ਹੈ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲਾਂ ਦਾ ਤੇ ਡਾਕਟਰ ਸਾਹਿਬ ਦੇ ਜਵਾਬਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 3। ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 3 ਤੇ ਅੱਜ ਕਣਕ ਦੀ ਪਿਛੇਤੀ ਬਿਜਾਈ ਦੀਆਂ ਕਿਸਮਾਂ ਤੇ ਤਕਨੀਕ ਬਾਰੇ ਖਾਸ ਗੱਲਬਾਤ ਚੱਲ ਰਹੀ ਹੈ ਤੇ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਗੁਰਵਿੰਦਰ ਸਿੰਘ ਮਾਵੀ ਨੇ। ਤੇ ਡਾਕਟਰ ਸਾਹਿਬ, ਜ਼ਿਆਦਾਤਰ ਕਿਸਾਨ ਇਹ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਝਾੜ ਮਿਲੇ। ਹਾਂਜੀ, ਕੀ ਝਾੜ ਵੱਧ ਤੋਂ ਵੱਧ ਲੈਣ ਦੀ ਕੋਈ ਖਾਸ ਤਕਨੀਕ ਵੀ ਹੁੰਦੀ ਹੈ? ਨਿਖਿਲ ਜੀ ਇਸ ਤਰ੍ਹਾਂ ਹੈਗਾ ਕਿ ਜੇ ਆਪਾਂ ਵੱਧ ਝਾੜ ਲੈਣਾ ਹੈਗਾ ਤਾਂ ਉਹਦੇ ਵਾਸਤੇ ਆਪਾਂ ਜਿਹੜਾ ਹੈ ਡਰਿਲ ਨਾਲ ਜ਼ਿਆਦਾਤਰ ਸੋਇੰਗ ਕਰਦੇ ਨੇ ਜਿਹੜੇ ਆਪਣੇ ਕਿਸਾਨ ਨੇ ਪੰਜਾਬ ਦੇ। ਤੇ ਉਹਦੇ ਵਾਸਤੇ ਡਰਿਲ ਵਾਸਤੇ ਆਪਾਂ ਨੂੰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਆਪਾਂ ਨੂੰ ਡੂੰਘਾਈ ਜਿਹੜੀ ਹੈ 4 ਤੋਂ 6 ਸੈਂਟੀਮੀਟਰ ਕਰਨੀ ਚਾਹੀਦੀ ਹੈ ਤੇ ਜਿਹੜਾ ਸਿਆੜਾਂ 'ਚ ਫਾਸਲਾ ਹੈਗਾ ਉਹ 15 ਸੈਂਟੀਮੀਟਰ ਕਰਨਾ ਚਾਹੀਦਾ। ਕਿਉਂਕਿ ਜਦੋਂ ਆਪਾਂ ਅਗੇਤੀ ਬਿਜਾਈ ਕਰਦੇ ਹਾਂ, ਜਿਹੜੀ ਅਕਤੂਬਰ ਨਵੰਬਰ 'ਚ ਆਪਾਂ ਬਿਜਾਈ ਕੀਤੀ ਆ, ਉਦੋਂ ਆਪਾਂ ਫਾਸਲਾ 20 ਤੋਂ 22 ਸੈਂਟੀਮੀਟਰ ਦਾ ਰੱਖਦੇ ਹਾਂ। ਪਰ ਪਛੇਤੀ ਬਿਜਾਈ ਲਈ ਅਖਿਲ ਜੀ ਆਪਾਂ ਨੂੰ ਜਿਹੜਾ ਹੈਗਾ ਤਕਰੀਬਨ 15 ਸੈਂਟੀਮੀਟਰ ਫਾਸਲਾ ਰੱਖਣਾ ਚਾਹੀਦਾ ਹੈਗਾ ਤਾਂ ਕਿ ਆਪਾਂ ਨੂੰ ਵਧੀਆ ਝਾੜ ਆ ਸਕੇ। ਇਹ ਤੋਂ ਬਾਅਦ ਜਿਹੜਾ ਹੈ ਕਿ ਪਛੇਤੀ ਬਿਜਾਈ ਵਾਸਤੇ ਇੱਕ ਗੱਲ ਹੋਰ ਵੀ ਆਪਾਂ ਕਰ ਸਕਦੇ ਹਾਂ ਕਿ ਇਸ ਬੀਜ ਨੂੰ 4 ਤੋਂ 6 ਘੰਟੇ ਭਿਉਂ ਕੇ ਉਹ ਤੋਂ ਬਾਅਦ 24 ਘੰਟੇ ਧੁੱਪ ਦੇ ਵਿੱਚ ਸੁਕਾ ਕੇ ਜੇ ਬੀਜ ਨੂੰ ਬੀਜੀਏ ਤਾਂ ਉਹਦੇ ਨਾਲ ਬਹੁਤ ਫਾਇਦਾ ਰਹਿੰਦਾ ਹੈ ਪਛੇਤੀ ਬਿਜਾਈ ਵਿੱਚ। ਤੇ ਹੁਣ ਡਾਕਟਰ ਸਾਹਿਬ ਸਿੱਧਾ ਖੇਤਾਂ ਤੋਂ ਇੱਕ ਕਿਸਾਨ ਨੇ ਜੋ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਯਕੀਨ ਹੈ ਜੀ, ਤੁਹਾਡਾ ਕਿੱਥੋਂ ਬੋਲ ਰਹੇ ਹੋ? ਅਮਰਜੀਤ ਬੋਲਦਾ ਜੀ। ਅਸੀਂ ਕਣਕ ਬੀਜੀ ਆ, ਕਣਕ ਬੀਜੀ ਨੂੰ 3 ਹਫ਼ਤੇ ਹੋ ਚੁੱਕੇ ਹੈਗੇ ਜੀ। ਅਸੀਂ ਇਹਨੂੰ ਕਿਦੋਂ ਪਾਣੀ ਲਾਈਏ? ਪਿਛਲੀ ਵਾਰ ਜਿਹੜਾ 3 ਹਫ਼ਤਿਆਂ ਦੇ ਵਿੱਚ ਅਸੀਂ ਪਾਣੀ ਲਾਤਾ ਸੀ ਕਣਕ ਨੂੰ ਤੇ ਜਿਸ ਦਾ ਕਰਕੇ ਕਣਕ ਪੀਲੀ ਪੈ ਗਈ ਸੀ। ਹੁਣ ਸਾਨੂੰ ਦੱਸੋ ਸੀ ਕਿਦੋਂ ਇਹਨੂੰ ਜਿਹੜਾ ਪਾਣੀ ਲਾਉਣ ਦਾ ਟਾਈਮ ਕਿਦੋਂ ਪਾਣੀ ਲਾਈਏ ਜੀ? ਇੱਦਾਂ ਸੀਗਾ ਕਿ ਜਦੋਂ ਆਪਾਂ ਪਾਣੀ ਲਾਉਣਾ ਕਣਕ ਨੂੰ, ਇਹ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜੇ ਤਾਂ ਆਪਣੀਆਂ ਰੇਤਲੀ ਜ਼ਮੀਨ ਤਾਂ ਹਲਕੀਆਂ ਜ਼ਮੀਨਾਂ ਨੇ ਤਾਂ ਉਹਦੇ 'ਚ ਥੋੜ੍ਹਾ ਛੇਤੀ ਪਾਣੀ ਆਪਾਂ ਲਾ ਸਕਦੇ ਹਾਂ ਤੇ ਜੇਕਰ ਭਾਰੀਆਂ ਜ਼ਮੀਨਾਂ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਪਾਣੀ ਥੋੜ੍ਹਾ ਜਿਹਾ ਦੇਰ ਨਾਲ ਲਾਉਣਾ ਚਾਹੀਦਾ। ਹੁਣ ਜਿੱਦਾਂ ਕਿ ਪਿੱਛੇ ਆਪਣੇ ਬਰਸਾਤ ਹੋਈ ਹੈਗੀ ਆ, ਉਹਦਾ ਵੀ ਥੋੜ੍ਹਾ ਜਿਹਾ ਅਸਰ ਹੈਗਾ, ਤਾਂ ਕਰਕੇ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਆਪਾਂ ਨੂੰ ਜਿੱਥੇ ਭਾਰੀਆਂ ਜ਼ਮੀਨਾਂ ਹਨ ਉੱਥੇ ਤਕਰੀਬਨ 1 ਮਹੀਨੇ ਬਾਅਦ ਆਪਾਂ ਪਾਣੀ ਲਾਈਏ ਤੇ ਰੇਤਲੀਆਂ ਤੇ ਦੂਜੀਆਂ ਜ਼ਮੀਨਾਂ ਦੇ ਵਿੱਚ ਤਕਰੀਬਨ 15
15 ਤੋਂ 20 ਦਿਨਾਂ ਬਾਅਦ ਆਪਾਂ ਨੂੰ ਪਾਣੀ ਲਾ ਦੇਣਾ ਚਾਹੀਦਾ। ਇਹਦੇ ਵਿੱਚ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਕਿ ਆਪਾਂ ਜਿਹੜੇ ਕਿਆਰੇ ਪਾਉਣੇ ਨੇ ਉਹ ਕਿਆਰੇ ਆਪਾਂ ਨੂੰ ਛੋਟੇ ਪਾਉਣੇ ਚਾਹੀਦੇ ਨੇ ਤਾਂ ਕਿ ਪਾਣੀ ਜਿਹੜਾ ਹੈ ਵਧੀਆ ਤਰੀਕੇ ਨਾਲ ਲੱਗ ਸਕੇ। ਜਦੋਂ ਹੁਣ ਆਪਾਂ ਨੇ ਪਹਿਲਾ ਪਾਣੀ ਲਾਤਾ ਉਹ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਉਹ ਤੋਂ ਬਾਅਦ ਦੂਜਾ ਪਾਣੀ ਜਿਹੜਾ ਹੈ ਜਿਹੜੀਆਂ ਤੇ ਤੁਸੀਂ ਅਗੇਤੀ ਬਿਜਾਈ ਕਰੋਗੇ ਉਹਦੇ ਵਿੱਚ ਦੂਜਾ ਪਾਣੀ ਜਿਹੜਾ ਹੈ ਪਹਿਲੇ ਪਾਣੀ ਨਾਲੋਂ 5 ਤੋਂ 6 ਹਫ਼ਤਿਆਂ ਬਾਅਦ, ਉਹ ਤੋਂ ਅਗਲਾ ਪਾਣੀ 2-3 ਹਫ਼ਤਿਆਂ ਬਾਅਦ, ਤੇ ਜਿਹੜਾ ਅਖੀਰਲਾ ਪਾਣੀ ਆ ਅਗੇਤੀ ਬੀਜੀ ਹੋਈ ਕਣਕ ਨੂੰ ਆਪਾਂ ਨੂੰ ਮਾਰਚ ਦੇ ਅਖੀਰ ਵਿੱਚ ਜ਼ਰੂਰ ਲਾਉਣਾ ਚਾਹੀਦਾ। ਪਰ ਉਦੋਂ ਇਸ ਗੱਲ ਦਾ ਆਪਾਂ ਧਿਆਨ ਜ਼ਰੂਰ ਰੱਖੀਏ ਕਿ ਉਦੋਂ ਹਵਾ ਮੌਸਮ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਜੇ ਤਾਂ ਹਵਾ ਚੱਲਦੀ ਹੋਵੇ ਤੇ ਉਹਦੇ ਨਾਲ ਡਿੱਗਣ ਦਾ ਖਤਰਾ ਰਹਿੰਦਾ ਆਪਣੀ ਕਣਕ ਦਾ। ਤੇ ਜਿਹੜੀ ਆਪਾਂ ਪਛੇਤੀ ਬਿਜਾਈ ਕਰਦੇ ਹਾਂ ਉਹਦੇ ਵਿੱਚ ਜਿਹੜਾ ਅਖੀਰਲਾ ਪਾਣੀ ਹੈਗਾ ਉਹ ਆਪਾਂ ਨੂੰ 10 ਅਪ੍ਰੈਲ ਤੱਕ ਜ਼ਰੂਰ ਲਾਉਣਾ ਚਾਹੀਦਾ ਹੈਗਾ ਕਿਉਂਕਿ ਉਦੋਂ ਗਰਮੀ ਵੱਧਦੀ ਆ। ਜਦੋਂ ਗਰਮੀ ਵੱਧਦੀ ਹੈ ਤਾਂ ਕਣਕ ਦੇ ਦਾਣਿਆਂ ਤੇ ਅਸਰ ਪੈਂਦਾ ਤੇ ਇਸ ਅਸਰ ਨੂੰ ਘੱਟ ਕਰਨ ਲਈ ਆਪਾਂ ਨੂੰ ਜਿਹੜਾ ਅਖੀਰਲਾ ਪਾਣੀ ਹੈਗਾ ਪਛੇਤੀ ਬਿਜਾਈ ਦੇ ਵਿੱਚ ਉਹ 10 ਅਪ੍ਰੈਲ ਤੱਕ ਲਾਉਣਾ ਚਾਹੀਦਾ ਤੇ ਅਗੇਤੀ ਬਿਜਾਈ ਦੇ ਵਿੱਚ ਆਪਾਂ ਨੂੰ ਆਖਰੀ ਪਾਣੀ ਜਿਹੜਾ ਮਾਰਚ ਦੇ ਅਖੀਰ ਵਿੱਚ ਲਾਉਣਾ ਚਾਹੀਦਾ। ਪਰ ਮੌਸਮ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਜਿਸ ਗੱਲ ਵਾਸਤੇ। ਜੇਕਰ ਆਪਾਂ ਇਸ ਗੱਲ ਦਾ ਧਿਆਨ ਰੱਖਾਂਗੇ ਤਾਂ ਆਪਾਂ ਸਮੇਂ ਸਿਰ ਸਿੰਚਾਈ ਕਰਾਂਗੇ ਆਪਣੇ ਖੇਤਾਂ ਦੀ ਤਾਂ ਆਪਾਂ ਨੂੰ ਬਹੁਤ ਵਧੀਆ ਜਿਹੜਾ ਹੈਗਾ ਝਾੜ ਆ ਸਕਦਾ ਹੈ। ਬਹੁਤ ਹੀ ਵਿਸਤਾਰਪੂਰਵਕ ਡਾਕਟਰ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਤੇ ਡਾਕਟਰ ਸਾਹਿਬ ਇੱਕ ਹੋਰ ਕਾਲਰ ਨੇ ਜੋ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੈਂ ਗੁਰਵਿੰਦਰ ਗੱਲ ਕਰ ਰਹੀ ਸਰ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ ਸਰ, ਮੇਰਾ ਸਵਾਲ ਇਹ ਹੈ ਜੀ 4 ਏਕੜ ਜ਼ਮੀਨ ਆਈ ਸਰ ਆਪਣੇ ਕੋਲ, ਕਣਕ ਬੀਜੀ ਹੋਈ ਹੈ ਜੀ। ਹਾਂਜੀ। ਪਿਛਲੇ ਵਾਰੀ ਨਾ ਸਰ ਉਹਦੇ ਉੱਪਰ ਸਲੇਟੀ ਰੰਗ ਦੀਆਂ ਪੈ ਗਏ ਸੀ ਪੱਤੇ, ਪੀਲਾ ਪੈ ਗਏ ਸੀ ਪੱਤਾ ਜੀ। ਅੱਛਾ ਜੀ। ਦਵਾਈਆਂ ਵੀ ਕਰੀਆਂ ਜਾਂਦੀਆਂ, ਸਪਰੇਅ ਵੀ ਕਰੀ, ਕੋਈ ਫਰਕ ਨਹੀਂ ਪਿਆ ਜੀ। ਚਾਹੇ ਕੋਈ ਵਧੀਆ ਆਪਾਂ ਦੱਸੋ ਵੀ ਵਧੀਆ ਕਰੇ ਜੀ ਫਸਲ ਇਸ ਵਾਰ ਜੀ ਸਰ। ਇਹਦੇ ਵਿੱਚ ਐਦਾਂ ਹੋ ਸਕਦਾ ਜੀ ਕਿ ਜੇ ਤੁਸੀਂ ਪੱਤਿਆਂ ਨੂੰ ਵੇਖਿਆ ਹੋਊਗਾ ਤਾਂ ਜਿਹੜੇ ਕਣਕ ਦੇ ਵਿਚਕਾਰਲੇ ਪੱਤੇ ਨੇ ਉਹਨਾਂ ਦੇ ਵਿੱਚ ਹਲਕੇ ਸਲੇਟੀ ਰੰਗ ਤੋਂ ਗੁਲਾਬੀ ਰੰਗ ਦੇ ਧੱਬੇ ਜੇ ਪੈ ਗਏ ਹੋਣੇ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਉਹਨੂੰ ਆਪਾਂ ਮੈਗਨੀਜ਼ ਸਲਫੇਟ ਮੈਗਨੀਜ਼ ਦੀ ਘਾਟ ਕਹਿੰਦੇ ਆ ਕਿਉਂਕਿ ਉਹ ਮੈਗਨੀਜ਼ ਦੇ ਕਾਰਨ ਹੁੰਦਾ ਜਿਹੜਾ ਇਹ ਗੱਲ ਹੋਈ ਹੈ। ਤੇ ਇਸ ਲਈ ਆਪਾਂ ਨੂੰ ਜ਼ਰੂਰੀ ਸੀਗਾ ਕਿ ਆਪਾਂ ਮੈਗਨੀਜ਼ ਸਲਫੇਟ ਦੀ ਜਿਹੜੀ ਉੱਥੇ ਸਪਰੇਅ ਕਰਦੇ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਹੋਰ ਸਪਰੇਆਂ ਕੀਤੀਆਂ ਪਰ ਐਕਚੁਅਲ ਦੇ ਵਿੱਚ ਉਹਨੂੰ ਬਿਮਾਰੀ ਕੀ ਸੀ, ਕਾਰਨ ਕੀ ਸੀਗਾ ਉਹ ਆਪਾਂ ਨੂੰ ਪਤਾ ਨਹੀਂ ਸੀ ਪਿਛਲੇ ਸਾਲ ਤੁਹਾਨੂੰ ਲੱਗ ਸਕਿਆ। ਇਸ ਲਈ ਜ਼ਰੂਰੀ ਹੈ ਕਿ ਜਿਹੜਾ ਤੁਸੀਂ ਲੱਛਣ ਦੱਸ ਰਹੇ ਹੋ ਉਹਨਾਂ ਦੇ ਮੁਤਾਬਿਕ ਤਾਂ ਇਹੀ ਹੈ ਕਿ ਉਹਦੇ ਮੈਗਨੀਜ਼ ਦੀ ਘਾਟ ਸੀ ਤੇ ਇਸ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਿਸਤਾਰ ਵਿੱਚ। ਆਪਾਂ ਨੂੰ ਮੈਗਨੀਜ਼ ਸਲਫੇਟ ਦੀ ਜਿਹੜੀ ਹੈਗੀ ਉਹ ਸਪਰੇਅ ਕਰਨੀ ਚਾਹੀਦੀ ਹੈ। ਆਪਾਂ ਨੂੰ 1 ਕਿਲੋ ਮੈਗਨੀਜ਼ ਲੈ ਕੇ ਉਹਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਪਹਿਲੇ ਪਾਣੀ ਤੋਂ ਪਹਿਲਾਂ 2-3 ਦਿਨ ਪਹਿਲਾਂ ਸਪਰੇਅ ਕਰਨੀ ਚਾਹੀਦੀ ਹੈ। ਜਦ ਆਪਾਂ ਇੱਕ ਵਾਰ ਸਪਰੇਅ ਕਰ ਲਈ ਉਹ ਤੋਂ ਬਾਅਦ ਹਫ਼ਤੇ ਬਾਅਦ 3 ਸਪਰੇਆਂ ਹੋਰ ਕਰਨੀਆਂ ਚਾਹੀਦੀਆਂ ਨੇ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਮੈਗਨੀਜ਼ ਦੀ ਘਾਟ ਆਉਂਦੀ ਹੈ ਉਹ ਜ਼ਿਆਦਾਤਰ ਰੇਤਲੀਆਂ ਜ਼ਮੀਨਾਂ 'ਚ ਆਉਂਦੀ ਹੈ ਤੇ ਉੱਥੇ ਆਉਂਦੀ ਹੈ ਜਿੱਥੇ ਕਿ ਆਪਣਾ ਜਿਹੜਾ ਫਸਲੀ ਚੱਕਰ ਹੈਗਾ ਉਹ ਝੋਨੇ ਤੇ ਕਣਕ ਦਾ ਹੈਗਾ। ਤਾਂ ਕਰਕੇ ਇਹ ਜ਼ਰੂਰੀ ਸੀਗਾ ਕਿ ਤੁਸੀਂ ਮੈਗਨੀਜ਼ ਜਿਹੜੀ ਸੀਗੀ ਮੈਗਨੀਜ਼ ਸਲਫੇਟ ਦੀ ਸਪਰੇਅ ਕਰਦੇ ਤਾਂ ਤੁਹਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਸੀ। ਤੇ ਡਾਕਟਰ ਸਾਹਿਬ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਸਰ, ਮਨਿੰਦਰ ਸਿੰਘ ਗੱਲ ਕਰ ਰਿਹਾ ਬਸੀ ਪਠਾਣਾ ਤੋਂ ਜੀ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ ਸਰ ਮੈਂ ਕਣਕ ਦੀ ਖੇਤੀ ਕਰਦਾ ਜੀ। ਜੀ। ਪਿਛਲੇ ਵਾਰੀ ਸਰ ਸਿਆਲ ਲੰਘੇ ਤੋਂ ਬਾਅਦ ਨਾ ਜੀ ਕਣਕ ਦੇ ਜਿਹੜੇ ਸਾਡੇ ਦਾਣੇ ਸੀ ਉਹ ਚਿਪਕੇ ਹੋ ਗਏ ਤੇ ਝਾੜ ਵਿੱਚ ਵੀ ਫਰਕ ਪਿਆ ਸੀ, ਝਾੜ ਘਟ ਗਿਆ ਸੀ। ਸਰ ਇਸ ਵਾਰੀ ਕੋਈ ਉਪਾਅ ਦੱਸੋ ਕਿ ਇਹ ਤੋਂ ਬਚਾਅ ਹੋ ਸਕੇ ਸਾਡਾ ਜੀ। ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਕਿ ਜਦੋਂ ਤਾਪਮਾਨ ਵਧਣ ਲੱਗਦਾ ਤਾਂ ਉਹਦਾ ਗਰਮੀ ਦਾ ਅਸਰ ਜਿਹੜਾ ਹੈ ਆਪਣੀ ਫਸਲ ਤੇ ਪੈਂਦਾ। ਇਹਦੇ ਵਾਸਤੇ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਪੋਟਾਸ਼ੀਅਮ ਨਾਈਟ੍ਰੇਟ ਦੀ ਜਿਹੜੀ ਸਪਰੇਅ ਕਰਨ ਦੀ ਸਿਫਾਰਿਸ਼ ਕਰਦੇ ਹਾਂ। ਇਹਦੇ ਵਾਸਤੇ ਇਹ ਹੈ ਕਿ ਆਪਾਂ ਨੂੰ 4 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਜਿਹੜੀ ਹੈਗੀ ਹੈ ਉਹਨੂੰ 200 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦਾ ਸਪਰੇਅ ਕਰਨਾ ਚਾਹੀਦਾ। ਤੇ ਉਹ ਸਪਰੇਅ ਕਦੋਂ ਕਰਨਾ? ਉਹ ਆਪਾਂ ਉਦੋਂ ਕਰਨਾ ਜਦ ਪੱਤਾ ਜਿਹੜਾ ਹੈ ਗੋਬਚ ਹੁੰਦਾ ਤੇ ਉਹ ਤੋਂ ਬਾਅਦ ਦੂਜਾ ਜਦੋਂ ਬੂਰ ਪੈਣ ਲੱਗਦਾ ਕਣਕ ਨੂੰ ਤੇ 2 ਸਮਿਆਂ ਤੇ ਇਹਦੀ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਰਨੀ ਹੈ। ਇਹਦੇ ਨਾਲ ਜਿਹੜਾ ਹੈਗਾ ਜਿਹੜੀ ਆਪਣੀ ਫਸਲ ਹੈ ਉਹ ਗਰਮੀ ਤੋਂ ਰਾਹਤ ਹੋ ਜਾਂਦੀ ਹੈ ਤੇ ਦਾਣਾ ਜਿਹੜਾ ਹੈ ਉਹ ਵਧੀਆ ਬਣਦਾ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਉਦੋਂ ਕਰਿਓ। ਤੇ ਇੱਥੇ ਵੇਲੇ ਹੁਣ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਿੱਥੇ ਤੁਹਾਡੀ ਇੱਕ ਅਗਾਂਹਵਧੂ ਕਿਸਾਨ ਦੇ ਨਾਲ ਮੁਲਾਕਾਤ ਕਰਾਵਾਂਗੇ ਤੇ ਨਾਲ ਹੀ ਹੋਣਗੇ ਟਿਪਸ ਫॉर ਟਰੈਕਟਰ ਵੀ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 3।
ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 3 ਅਤੇ ਇਹਨਾਂ ਦੀ ਸੋਚ ਹੁੰਦੀ ਹੈ ਹੋਰਨਾਂ ਨੂੰ ਸੇਧ ਦੇਣ ਵਾਲੀ। ਇਹਨਾਂ ਦੀ ਸੋਚ ਹੁੰਦੀ ਹੈ ਅਗਾਂਹ ਵਧੂ। ਤਦ ਹੀ ਕਹਿਲਾਉਂਦੇ ਨੇ ਅਗਾਂਹ ਵਧੂ ਕਿਸਾਨ। ਅਤੇ ਅਜਿਹੇ ਕਿਸਾਨ ਨਾਲ ਆਓ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਖੇਤੀ ਵੰਨ ਸਵੰਨਤਾ ਨੂੰ ਅਪਣਾਉਣ ਦੇ ਨਾਲ ਨਵੇਂ ਢੰਗ ਤਰੀਕਿਆਂ ਨਾਲ ਖੇਤੀ ਕਰਨ ਸਦਕਾ ਹਲਕਾ ਸਮਰਾਲਾ ਦੇ ਕਿਸਾਨ ਦਵਿੰਦਰ ਸਿੰਘ ਨੇ ਆਪਣੀ ਪਛਾਣ ਚੰਡੀਗੜ੍ਹ ਦੀ ਕਿਸਾਨ ਮੰਡੀ ਤੋਂ ਲੈ ਕੇ ਲੰਡਨ ਦੀ ਹੀਥਰੋ ਦੀ ਸਬਜ਼ੀ ਮੰਡੀ ਤੱਕ ਬਣਾਈ ਹੈ। ਅਸੀਂ 1992 'ਚ ਅੱਧੇ ਏਕੜ ਦੀ ਚਿੱਲੀ ਦੀ ਖੇਤੀ ਸਟਾਰਟ ਕੀਤੀ। ਉਹਦੇ ਵਿੱਚ ਅਸੀਂ ਚੰਡੀਗੜ੍ਹ ਜੱਟ ਮੰਡੀ ਦੇ ਵਿੱਚ ਉਹਨੂੰ ਸੇਲ ਕੀਤਾ। ਰਾਤਾਂ ਨੂੰ ਬੈਠ ਕੇ ਢੇਰੀਆਂ ਲਾ ਕੇ ਛੋਟੀਆਂ ਰੁਪਈਆ ਢੇਰੀ, ਉੱਥੋਂ ਜ਼ਿੰਦਗੀ ਦੀ ਮਾਰਕੀਟਿੰਗ ਦੀ ਸ਼ੁਰੂਆਤ ਕੀਤੀ। ਉਸ ਨੂੰ 20 ਸਾਲਾਂ ਦੇ ਵਿੱਚ ਹੀਥਰੋ ਇੰਗਲੈਂਡ ਦੀ ਮੰਡੀ ਤੱਕ ਦਾ ਸਫ਼ਰ ਤੈਅ ਕੀਤਾ। 20 ਸਾਲਾਂ ਦੇ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਵੀ ਆਈਆਂ, ਬਹੁਤ ਵੱਡੇ ਘਾਟੇ ਵੀ ਪਏ, ਪਰ ਅਸੀਂ ਮਿਹਨਤ ਨਹੀਂ ਛੱਡੀ। ਉਹਦੇ ਨਾਲ ਹੌਲੀ ਅਸੀਂ ਕੰਮ ਨੂੰ ਵਧਾਉਂਦੇ ਪਰਮਾਤਮਾ ਦੀ ਕਿਰਪਾ ਸਰਕਾ ਅੱਜ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਸ ਚੀਜ਼ ਨੂੰ ਵੱਡੇ ਲੈਵਲ ਤੇ ਵੀ ਕਰਨ ਦੀ ਸਮਰੱਥਾ ਰੱਖਦੇ ਹਾਂ। ਅਸੀਂ ਇਹਨੂੰ ਜ਼ਹਿਰ ਮੁਕਤ ਖੇਤੀ ਕਹਿੰਦੇ ਹਾਂ, ਜਿਹਦੇ ਵਿੱਚ ਜੋ ਕਿ ਯੂਰਪੀਅਨ ਸਟੈਂਡਰਡ ਹੈ, ਜਿਹਦੇ ਵਿੱਚ ਕੋਈ ਵੀ ਸਪਰੇਅ ਆ ਉਹ ਕਿੰਨੇ ਘੰਟੇ ਬਾਅਦ ਉਹਨੂੰ ਕਰਨ ਤੋਂ ਬਾਅਦ ਅਸੀਂ ਉਹਨੂੰ ਨਾਰਮਲੀ ਤੋੜ ਕੇ ਆਪਣਾ ਕੰਜ਼ੂਮ ਕਰ ਸਕਦੇ ਹਾਂ। ਅਸੀਂ ਉਹ ਚੀਜ਼ ਨੂੰ ਰੂਲ ਆਫ ਰੈਗੂਲੇਸ਼ਨ ਨੂੰ ਫੋਲੋ ਕਰਦੇ ਹਾਂ। ਆਰਗੈਨਿਕ ਦੇ ਲਈ ਅਸੀਂ ਹੌਲੀ ਕੁਝ ਸ਼ੈੱਡ ਜਿਹੜੇ ਆ ਉਹਨੂੰ ਆਰਗੈਨਿਕ ਦੇ ਲਈ ਤਿਆਰੀ 'ਚ ਨੇ, ਜਿਹੜੇ ਕਿ ਮੇਬੀ 2 ਸਾਲ ਦੇ ਵਿੱਚ ਉਹ ਸਾਨੂੰ ਸੰਪੂਰਨ ਤੌਰ 'ਤੇ ਆਰਗੈਨਿਕ ਦੇ ਵਿੱਚ ਅਸੀਂ ਇਹ ਸਾਰੀ ਖੇਤੀ ਨੂੰ ਹੌਲੀ ਤਬਦੀਲ ਕਰਾਂਗੇ। ਸਾਡੇ ਕੋਲ ਗਰੁੱਪ ਦੇ ਵਿੱਚ ਹਰ ਚੀਜ਼ ਕੁਆਂਟਿਟੀ ਦੇ ਵਿੱਚ ਹੈ, ਹਰ ਕੁਆਲਿਟੀ ਦੇ ਵਿੱਚ ਹੈ। ਉਹਦੇ ਲਈ ਸਾਨੂੰ ਦੂਰ ਦੀਆਂ ਮੰਡੀਆਂ ਵਿੱਚ ਜਿੱਥੋਂ ਵੀ ਕਿਤੇ ਸਾਨੂੰ ਵੱਧ ਤੋਂ ਵੱਧ ਰੇਟ ਮਿਲਦਾ ਅਸੀਂ ਉਹਨਾਂ ਦੇ ਨਾਲ ਲਿੰਕ ਦੇ ਵਿੱਚ ਜੁੜੇ ਹੋਏ ਹਾਂ। ਜਿੰਨੀ ਉਹਨਾਂ ਦੀ ਡਿਮਾਂਡ ਹੈ ਅਸੀਂ ਉਹਨੂੰ ਪੂਰੀ ਕਰਦੇ ਹਾਂ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਹਾਰਟੀਕਲਚਰ, ਐਗਰੀਕਲਚਰ ਡਿਪਾਰਟਮੈਂਟ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਕੰਮ ਦੇ ਲਈ ਸਾਡੀ ਬਹੁਤ ਨੇੜੇ ਹੋ ਕੇ ਮਦਦ ਵੀ ਕੀਤੀ ਆ। ਸਾਨੂੰ ਕਿਸੇ ਵੀ ਗੱਲ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਨੂੰ ਪਹਿਲ ਦੇ ਆਧਾਰ 'ਤੇ ਸਾਡੀ ਮਦਦ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਮੈਂ PAU ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਉਜਾਗਰ ਸਿੰਘ ਧਾਲੀਵਾਲ ਅਵਾਰਡ 2007 ਦੇ ਵਿੱਚ ਦਿੱਤਾ। ਉਹ ਤੋਂ ਬਾਅਦ ਮੈਨੂੰ ICR ਵੱਲੋਂ ਨੈਸ਼ਨਲ ਅਵਾਰਡ ਦਿੱਤਾ ਗਿਆ। 2008 ਦੇ ਵਿੱਚ ਹੀ PAU ਵੱਲੋਂ ਮੈਨੂੰ ਸਟੇਟ ਅਵਾਰਡ ਦਿੱਤਾ ਗਿਆ। ਉਸ ਤੋਂ ਉਪਰੰਤ 2014 ਵਿੱਚ ਪੰਜਾਬ ਸਰਕਾਰ ਵੱਲੋਂ ਮੈਨੂੰ ਸਟੇਟ ਅਵਾਰਡ ਦਿੱਤਾ ਗਿਆ। ਵੱਖ ਵਿਦੇਸ਼ਾਂ ਵਿੱਚੋਂ ਵੀ ਮੈਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਮਾਨ ਸਨਮਾਨ ਮਿਲੇ। ਉਸ ਤੋਂ ਉਪਰੰਤ ਜਸਟ ਹੁਣੇ 550 ਸਾਲੇ 'ਤੇ ਪੰਜਾਬ ਗੌਰਮੈਂਟ ਵੱਲੋਂ ਮੈਨੂੰ ਉਹਦੇ ਵਿੱਚ ਨੋਮੀਨੇਟ ਕੀਤਾ ਗਿਆ। ਮੇਰੇ ਲਈ ਬਹੁਤ ਹੀ ਇੱਕ ਸੁਭਾਗਾ ਸਮਾਂ ਸੀਗਾ, ਪਰ ਇਹ ਸਾਰਾ ਕੁਝ ਮੇਰੇ ਸੁਸਾਇਟੀ ਦੇ ਮੈਂਬਰਾਂ ਦੀ ਮਿਹਨਤ ਸਦਕਾ, ਸਾਰਿਆਂ ਦੇ ਇੱਕ ਇਕੱਠੇ ਹੋ ਕੇ ਉਪਰਾਲਾ ਕਰਨ ਸਦਕਾ ਇਹ ਚੀਜ਼ਾਂ ਪੋਸੀਬਲ ਹੋਈਆਂ, ਇਹ ਅਵਾਰਡ ਪੋਸੀਬਲ ਹੋਇਆ। ਭਈ ਇਹਨਾਂ ਦੀ ਅਗਾਂਹ ਵਧੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ। ਤੇ ਹੁਣ ਤੁਸੀਂ ਆਪਣੇ ਸੋਨਾਲੀਕਾ ਟਰੈਕਟਰ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹੋ, ਇਸ ਲਈ ਪੇਸ਼ ਨੇ ਟਿਪਸ ਫॉर ਟਰੈਕਟਰ। ਮੌਜੂਦਾ ਸਮੇਂ ਵਿੱਚ ਖੇਤੀਬਾੜੀ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਟਰੈਕਟਰ। ਅਜੇ ਵਿੱਚ ਜੇ ਟਰੈਕਟਰ ਦੀ ਸਾਂਭ ਸੰਭਾਲ ਵੀ ਉਸੇ ਤਰ੍ਹਾਂ ਕੀਤੀ ਜਾਵੇ ਤਾਂ ਉਹ ਘੱਟ ਖਰਚੇ ਵਿੱਚ ਜ਼ਿਆਦਾ ਫਾਇਦਾ ਦੇ ਸਕਦਾ ਹੈ। ਆਪਣੇ ਇਸ ਸੈਗਮੈਂਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਸੋਨਾਲੀਕਾ ਟਰੈਕਟਰ ਦਾ ਕਿਵੇਂ ਰੱਖਣਾ ਹੈ ਖਿਆਲ ਤਾਂ ਜੋ ਉਹ ਚੱਲੇ ਸਾਲੋ ਸਾਲ। ਸੋਨਾਲੀਕਾ ਟਰੈਕਟਰ ਦੇ ਇਲੈਕਟ੍ਰੀਕਲ ਪਾਰਟਸ ਦੀ ਸਾਂਭ ਸੰਭਾਲ ਲਈ ਕਈ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਟਰੈਕਟਰ ਦੀ ਬੈਟਰੀ ਟਰਮੀਨਲ ਸਾਫ਼ ਹੋਣੇ ਚਾਹੀਦੇ ਨੇ, ਇਸ ਦਾ ਧਿਆਨ ਰੱਖਣਾ ਜ਼ਰੂਰੀ ਹੈ। ਟਰਮੀਨਲ ਬੇਸ ਵਿੱਚ ਚਿਕਨਾਹਟ ਬਣਾਏ ਰੱਖਣ ਲਈ ਪੈਟਰੋਲੀਅਮ ਜੈਲੀ ਦਾ ਇਸਤੇਮਾਲ ਕਰੋ। ਟਰੈਕਟਰ ਦੇ ਫਰੰਟ ਟਾਇਰ ਨਾਲ ਚੇਨ ਬੰਨ੍ਹ ਕੇ ਉਸ ਦਾ ਇੱਕ ਸਿਰਾ ਜ਼ਮੀਨ ਤੇ ਰੱਖੋ, ਇਸ ਨਾਲ ਟਰੈਕਟਰ ਵਿੱਚ ਅਰਥਿੰਗ ਬਰਕਰਾਰ ਰਹੇਗੀ। ਬੈਟਰੀ ਟਰਮੀਨਲ ਦੇ ਲੀਡਸ ਨੂੰ ਬਦਲਣ ਨਾਲ ਇਲੈਕਟ੍ਰੀਕਲ ਕੰਪੋਨੈਂਟਸ ਖਰਾਬ ਹੋ ਸਕਦੇ ਨੇ। ਬੈਟਰੀ ਟਰਮੀਨਲ ਹਟਾਏ ਬਗੈਰ ਟਰੈਕਟਰ ਵਿੱਚ ਵੈਲਡਿੰਗ ਦਾ ਕੋਈ ਕੰਮ ਨਾ ਕਰੋ। ਟਰੈਕਟਰ ਦੇ ਇਸਤੇਮਾਲ ਵਿੱਚ ਨਾ ਹੋਣ ਸਮੇਂ ਇੰਜਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਇਸ ਨਾਲ ਡੀਜ਼ਲ ਦੀ ਖਪਤ ਘੱਟ ਹੁੰਦੀ ਹੈ। ਸਹੀ ਗੇਅਰ ਅਤੇ ਸਹੀ ਰਫ਼ਤਾਰ ਰੱਖ ਕੇ ਵੀ ਡੀਜ਼ਲ ਦੀ ਖਪਤ ਘਟਾਈ ਜਾ ਸਕਦੀ ਹੈ। ਡੀਜ਼ਲ ਜਾਂ ਕੋਈ ਹੋਰ ਤੇਲ ਟਰੈਕਟਰ 'ਚੋਂ ਲੀਕ ਨਾ ਹੋਵੇ, ਇਸ ਦਾ ਪੂਰਾ ਖਿਆਲ ਰੱਖੋ। ਇੰਜਨ ਆਇਲ ਨੂੰ ਜ਼ਰੂਰਤ ਤੋਂ ਜ਼ਿਆਦਾ ਨਾ ਭਰੋ, ਇਸ ਨਾਲ ਤੇਲ ਦੀ ਜ਼ਿਆਦਾ ਖਪਤ ਜਾਂ ਤੇਲ ਲੀਕ ਹੋਣ ਦਾ ਖਤਰਾ ਰਹਿੰਦਾ ਹੈ। ਸੇਫਟੀ ਸ਼ੀਲਡਸ ਸਹੀ ਥਾਂ ਤੇ ਅਤੇ ਸਹੀ ਕੰਡੀਸ਼ਨ ਵਿੱਚ ਹੋਣ, ਇਸ ਦਾ ਧਿਆਨ ਰੱਖੋ। ਇੰਧਨ ਨੂੰ ਸਾਫ਼ ਥਾਂ ਤੇ ਸਟੋਰ ਕਰਨਾ ਅਤੇ ਟੈਂਕ ਵਿੱਚ ਪਾਉਣ ਵੇਲੇ ਫਿਲਟਰ ਦਾ ਇਸਤੇਮਾਲ ਜ਼ਰੂਰੀ ਹੈ। ਇੰਜਨ ਦੀ ਸਫਾਈ ਦੌਰਾਨ ਇੰਜਨ ਨੂੰ ਸਟਾਰਟ ਨਹੀਂ ਕਰਨਾ ਚਾਹੀਦਾ। 에ਅਰ ਕਲੀਨਰ ਡਿਸਕਨੈਕਟ ਕਰਕੇ ਇੰਜਨ ਨੂੰ ਚਾਲੂ ਨਾ ਕਰੋ। ਇਹਨਾਂ ਗੱਲਾਂ ਦਾ ਖਿਆਲ ਰੱਖਣ ਨਾਲ ਤੁਹਾਡਾ ਸੋਨਾਲੀਕਾ ਟਰੈਕਟਰ ਚੱਲੇਗਾ ਸਾਲੋ ਸਾਲ। ਅੱਜ ਦੇ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਵਿੱਚ ਇੰਨਾ ਹੀ।
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਪਰ ਜਾਣ ਤੋਂ ਪਹਿਲੇ ਜੇ ਕੋਈ ਖਾਸ ਟਿਪਸ ਜੋ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਦੇਣਾ ਚਾਹੋ ਆਪਣੇ ਵੱਲੋਂ। ਹਾਂਜੀ ਨਿਖਿਲ ਜੀ, ਇਸ ਤਰ੍ਹਾਂ ਸੀਗਾ ਕਿ ਮੈਂ ਇਹ ਜੀ ਸਿਫਾਰਿਸ਼ ਕਰਨੀ ਚਾਹੁੰਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿ ਅਸੀਂ ਜਿਹੜੀ ਹੈ ਕੁਝ 2-3 ਕਿਸਮਾਂ ਦੀ ਜਿਹੜੀ ਇਸ ਵਾਰ ਕਿਸਾਨਾਂ ਦੇ ਖੇਤਾਂ 'ਚ ਤਜਰਬੇ ਕਰ ਰਹੇ ਹਾਂ। ਉਹਨਾਂ 'ਚ ਇੱਕ ਸਾਡੀ ਕਿਸਮ ਹੈ ਜੀ PBW 766, ਉਹ ਅਗੇਤੀ ਬਿਜਾਈ ਲਈ ਕਿਸਮ ਹੈਗੀ ਹੈ ਤੇ ਉਹਨੂੰ ਅਸੀਂ ਅਕਤੂਬਰ ਦੇ ਅਖੀਰ ਤੋਂ ਬੀਜ ਸਕਦੇ ਹਾਂ। ਇਹ ਤੋਂ ਬਾਅਦ ਕਿਸਾਨ ਵੀਰਾਂ ਨੂੰ ਹੁੰਦਾ ਕਿ ਸਾਨੂੰ ਕੋਈ ਇੱਦਾਂ ਦੀ ਕਿਸਮ ਦਿੱਤੀ ਜਾਵੇ ਜਿਹਦੀ ਰੋਟੀ ਬਹੁਤ ਵਧੀਆ ਬਣਦੀ ਹੈ, ਕਿਉਂਕਿ ਪੁਰਾਣੀਆਂ ਕਿਸਮਾਂ ਜਿਹੜੀਆਂ C306 ਤੇ PBW 175 ਸਨ, ਉਹਨਾਂ ਦੀ ਰੋਟੀ ਬਹੁਤ ਵਧੀਆ ਬਣਦੀ ਸੀ। ਇਸ ਲਈ ਇਹਦੇ ਵਾਸਤੇ ਅਸੀਂ ਇੱਕ ਨਵੀਂ ਕਿਸਮ ਦੀ ਜਿਹੜੀ ਹੈਗੀ ਤਜਰਬੇ ਕਿਸਾਨਾਂ ਦੇ ਖੇਤਾਂ 'ਤੇ ਕਰ ਰਹੇ ਹਾਂ, ਉਹ ਹੈਗਾ ਜੀ PBW 1 ਚਪਾਤੀ। ਤੇ ਇਹ ਤੋਂ ਬਾਅਦ ਮੈਂ ਇੱਕ ਹੋਰ ਕਿਸਾਨ ਵੀਰੋ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜ਼ਿੰਕ ਦੀ ਇੱਕ ਕਿਸਮ ਦੀ ਵੀ ਸਿਫਾਰਿਸ਼ ਕੀਤੀ ਗਈ ਹੈ, ਜਿਹੜੀ ਕਿ PBW 1ZN ਹੈ। ਇਹ ਕਿਸਮ ਦੇ ਵਿੱਚ ਜ਼ਿੰਕ ਦੀ ਮਾਤਰਾ ਵੱਧ ਹੈ, ਕਿਉਂਕਿ ਜ਼ਿੰਕ ਜਿਹੜੀ ਹੈ ਬੱਚਿਆਂ ਤੇ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਹੁੰਦਾ। ਤਾਂ ਕਰਕੇ ਕਿਸਾਨ ਵੀਰੋ ਮੈਂ ਤੁਹਾਡੇ ਵਾਸਤੇ ਇਹ ਗੱਲ ਕਰ ਰਿਹਾ ਕਿ ਇਹ 3 ਕਿਸਮਾਂ ਜਿਹੜੀਆਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਦੀ ਬਿਜਾਈ ਕਰ ਸਕਦੇ ਹਾਂ ਜੀ। ਤੇ ਅੱਜ ਦੇ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਵਿੱਚ ਇੰਨਾ ਹੀ। ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਡੇਅਰੀ ਫਾਰਮਿੰਗ, ਤੇ ਇਸ ਤੋਂ ਇਲਾਵਾ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ ਅਸੀਸ ਫੀਡ ਜੋ ਦਿੰਦਾ ਹੈ ਸੰਪੂਰਨ ਪਸ਼ੂ ਆਹਾਰ, ਉਸ ਦੇ ਜਨਰਲ ਮੈਨੇਜਰ ਮਾਰਕੀਟਿੰਗ ਐਂਡ ਸੇਲਸ ਗਣੇਸ਼ ਸ਼ਰਮਾ ਜੀ ਨਾਲ, ਜੋ ਤੁਹਾਨੂੰ ਵਿਸਤਾਰਪੂਰਵਕ ਜਾਣਕਾਰੀ ਦੇਣਗੇ ਕਿ ਕਿਉਂ ਹੈ ਅਸੀਸ ਫੀਡ ਸੰਪੂਰਨ ਪਸ਼ੂ ਆਹਾਰ। ਤੇ ਨਾਲ ਹੀ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ 93 195 92 96 9, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਬਾਕੀ ਦਿਓ ਇਜਾਜ਼ਤ ਤੇ ਇਸੇ ਤਰ੍ਹਾਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 3, ਜਿਸ ਦੇ ਪੇਸ਼ ਕਰਤਾ ਨੇ ਸੋਨਾਲੀਕਾ ਸਿਕੰਦਰ, ਪਾਵਰਡ ਬਾय ਅਸੀਸ ਫੀਡ। ਰੱਬ ਰੱਖਾ। presented by ਸੋਨਾਲੀਕਾ ਸਿਕੰਦਰ, ਸਭ ਤੋਂ ਘੱਟ ਡੀਜ਼ਲ ਵਿੱਚ ਸਭ ਤੋਂ ਜ਼ਿਆਦਾ ਤਾਕਤ ਅਤੇ ਰਫ਼ਤਾਰ। ਪਾਵਰਡ ਬਾय ਅਸੀਸ ਫੀਡ, ਬਿਹਤਰ ਦੁੱਧ, ਬਿਹਤਰ ਸਿਹਤ।